अस्सलाम वालेकुम। नज़र चौहान ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ 'ਚ। ਅੱਜ ਮੈਂ ਸੋਚਿਆ ਕਮਰੇ ਤੋਂ ਹੀ ਆਪਣੇ ਘੋੜੇ ਦੇ ਨਾਲ ਪੋਸਾਈਡਨ ਜਿਹੜਾ ਹੈ ਮੈਂ ਦੱਸਿਆ ਸੀ ਕਿ ਉਹ ਸੀਜ਼ ਦਾ ਗੋਡ ਸੀ, ਗ੍ਰੀਕ ਮਿਥੋਲੋਜੀ ਦਾ, ਘੋੜੇ ਦਾ ਵੀ ਹੈ, ਘੋੜੇ ਦੌੜਾਉਣ ਵਾਲੇ ਪੋਸਾਈਡਨ। ਔਰ ਉਹਦੇ ਹੀ ਮੈਂ ਅੱਜ ਸੀ ਗਰਾਊਂਡ ਦੀ ਟੀ ਪਾਈ ਹੋਈ ਹੈ। ਠੀਕ ਹੈ ਜੀ। ਅਤੇ ਕੱਲ੍ਹ ਇੱਕ ਭੇਲੀ ਜਿਹੀ ਰਹਿ ਗਈ ਮੈਂ ਪਾਈ ਹੋਈ ਸੀ। ਮੈਂ ਜਦੋਂ ਵੀਲੋਗ ਕਰਨ ਜਾ ਰਿਹਾ ਸੀ ਅਤੇ ਮੇਰੀ ਨਵਾਸੀ ਬੜੀ ਸ਼ੈਤਾਨ ਹੈ, ਉਹਨੇ ਚਿੰਗਮ ਕੱਢ ਕੇ ਨਾ ਉਹਦੇ ਨੱਕ 'ਤੇ ਲਾਤਾ ਚਬਾਕਾ ਦੇ। ਹੁਣ ਚਬਾਕਾ ਦਾ ਨੱਕ ਸੁਰਖ ਨਹੀਂ ਹੈ, ਲੇਕਿਨ ਕਿਸੇ ਨੇ ਕੌਮੈਂਟ ਨਹੀਂ ਕੀਤਾ, ਕਿਸੇ ਨੂੰ ਲੱਗਾ ਨਹੀਂ ਕਿ ਕੋਈ ਚਿੰਗਮ ਲੱਗੀ ਹੋਈ ਹੈ। ਸਭ ਨੇ ਸਮਝਿਆ ਕਿ ਲਾਲ ਨੱਕ ਹੈ। ਅੱਜ ਤਾਂ ਮੈਂ ਵੀਲੋਗ ਬਾਹਰ 24 ਡਿਗਰੀ ਸੈਂਟੀਗ੍ਰੇਡ ਹੈ। ਅੱਛਾ ਮੌਸਮ ਸੀ। ਮੈਂ ਕਿਹਾ ਅੱਜ ਅੰਦਰੋਂ ਹੀ ਕਰਦੇ ਹਾਂ, ਐਵੇਂ ਮੂਡ ਬਣਿਆ ਕਿ ਟੁਰਦੇ ਫਿਰਦੇ ਕਰੀਏ। ਔਰ ਅੱਜ ਮੈਂ ਤੁਹਾਨੂੰ ਇੱਕ ਕੌਮੈਂਟ ਤੋਂ ਮੈਂ ਵੀਲੋਗ ਸਟਾਰਟ ਕਰਨਾ, 2 ਕੌਮੈਂਟਸ ਤੋਂ ਸਟਾਰਟ ਕਰਨਾ। ਪਹਿਲਾ ਕੌਮੈਂਟ ਤੁਸੀਂ ਸੁਣੋ। ਲਓ ਜੀ, ਤੁਸੀਂ ਬੜੇ ਮਹਿਸੂਸ ਹੋ। स्पेशली आसिम मुनीर साहब की मुख्तलिफ पॉलिटिशियंस हैं जो डिफरेंट सबकी धोतियाँ निकाल रहे, तो ये ख्याल है या नहीं जवान साहब की पाकिस्तान आपने आना है, इनको फेस करना है, पाकिस्तान पाक आर्मी को फेस करना है, तो ये मेरा अंदाज़ है बहुत डिफिकल्ट सिचुएशन हो जाएगी आपके लिए आफ्टर यू रीचिंग पाकिस्तान। तो इस चीज़ को भी थोड़ा देख लें। बहरहाल आप जिस निज़ाम पे चल रहे हैं आप बहुत अच्छी तरह समझ सकते हैं। खैर मैं जो ना मैं अपनी स्मिथ में बोल रहा हूँ ना, तो आप जो कर रहे हो शायद बहुत बेहतरीन जो ना आप उसको टैकल भी कर सकते होंगे। जाहिर सी बात है जो बंदा कुछ कहता है तो ऑब्वियसली उसके पीछे बैक में कुछ होता है, तो वो टैकल करने के लिए तो जाहिर सी बात है उसी वजह से वो उस चीज़ को पॉइंट ऑफ व्यू को आगे रखता है, बोलता है। अच्छा जी, ये पहली थी। अब मैं एक दूसरी ऑडियो सुनाऊंगा, फिर मैं अपना ਵੀਲੋਗ ਸ਼ੁਰੂ ਕਰਦਾ। ਕੌਮੈਂਟ ਲੋਕਾਂ ਦੇ ਤੋਂ ਬੜਾ ਜ਼ਰੂਰੀ ਹੁੰਦਾ ਆ ਕਿ ਤੁਹਾਨੂੰ ਹਾਊ ਪੀਪਲ ਫੀਲ, ਜਿਸ ਵਜ੍ਹਾ ਦੇ ਨਾਲ ਮੈਂ ਲੋਕਾਂ ਨਾਲ ਕਨੈਕਟ ਹੋ ਰਿਹਾ। ਇਹ ਦੂਸਰੀ ਹੈ ਜੀ। ਚਾਚੂ ਜਾਨ, ਗੱਲ ਇਹ ਆ ਕਿ ਮੈਂ ਮਜਬੂਰ ਹਾਂ ਇੱਥੇ। ਮੈਂ ਕੋਈ ਗੱਲ ਨਹੀਂ ਕਰ ਸਕਦਾ, ਕੋਈ ਪੋਸਟ ਨਹੀਂ ਕਰ ਸਕਦਾ, ਫੇਸਬੁੱਕ ਨਹੀਂ ਚਲਾ ਸਕਦਾ ਖੁੱਲ੍ਹ ਕੇ, ਕੁਛ ਵੀ ਨਹੀਂ ਕਰ ਸਕਦਾ, ਯੂਟਿਊਬ ਨਹੀਂ ਚਲਾ ਸਕਦਾ। ਅਗਰ ਮੈਂ ਕਿਤੇ ਅਮਰੀਕਾ ਜਾਂ ਕੈਨੇਡਾ ਹੁੰਦਾ ਨਾ, ਤੇ ਜਰਨੈਲਾਂ ਦੀ ਤੇ ਇਹਨਾਂ ਦੀ ਮੌਲਵੀਆਂ ਦੀ ਮੁੱਲਿਆਂ ਦੀ ਇਹਨਾਂ ਦੀ ਮੈਂ ਭੈਣ ਨੂੰ ਲੁੱਲ ਮਾਰਿਆ, ਇਹਨਾਂ ਨੂੰ ਮੈਂ ਐਸਾ ਨੰਗਾ ਕਰਦਾ ਇਹ ਤੁਸੀਂ ਤਾਂ ਕੁਛ ਵੀ ਨਹੀਂ। ਠੀਕ ਹੈ, ਤੁਸੀਂ ਤਾਂ ਕੋਈ ਗਾਲ ਵੀ ਨਹੀਂ ਕੱਢਦੇ ਜਿਹੜਾ ਮੈਂ ਇਹਨਾਂ ਨੂੰ ਗਾਲ ਕੱਢਣੀ ਆ। ਇਹਨਾਂ ਦੀ ਭੈਣ ਨੂੰ ਲੁੱਲ ਮਾਰਿਆ। ਠੀਕ ਹੈ, ਤੇ ਇਹਨਾਂ ਦਾ ਡਾਟਾ ਇਕੱਠਾ ਕਰਨਾ ਹੀ ਹੈ, ਵੱਡੇ ਵੱਡੇ ਮੌਲਵੀ ਇਹਨਾਂ ਦਾ, ਯਾਰਿਆਂ ਦਾ, ਇਹਨਾਂ ਦੀਆਂ ਬੁੱਢੀਆਂ ਦਾ ਤੇ ਜਰਨੈਲਾਂ ਦਾ ਡਾਟਾ। ਮੈਂ ਜ਼ਿੰਦਗੀ ਇਸ ਤਰ੍ਹਾਂ ਹੀ ਕਰੇ, ਇਹੀ ਮੇਰਾ ਮਿਸ਼ਨ ਆ ਜ਼ਿੰਦਗੀ ਦਾ। ਲੇਕਿਨ ਮੈਂ ਮਜਬੂਰ ਹਾਂ, ਮੈਂ ਕੁਛ ਨਹੀਂ ਕਰ ਸਕਦਾ। ਠੀਕ ਹੈ, ਅਸਲ ਜ਼ਿੰਦਗੀ ਦਾ ਜਿਹੜਾ ਮੇਰਾ ਮਿਸ਼ਨ ਹੈ ਨਾ, ਉਹ ਇਹ ਹੀ ਹੈ ਕਿ ਇਹਨਾਂ ਭੈਣ ਦੀ ਲੁੱਲ ਲੈਣਿਆ ਜਿਹੜਾ ਉੱਥੇ ਤਮਾਸ਼ਾ ਬਣਾਇਆ ਦਾ ਨਾ ਪਾਕਿਸਤਾਨ ਦਾ, ਇਹਨਾਂ ਨੂੰ ਤਾਂ ਕੋਈ ਬੰਦਾ ਟੱਕਰੇ। ਠੀਕ ਹੈ, ਲੇਕਿਨ ਮਜਬੂਰੀ ਹੈ, ਇੱਥੇ ਮੈਂ ਕੁਛ ਕਰ ਨਹੀਂ ਸਕਦਾ। ਤੁਹਾਨੂੰ ਪਤਾ ਹੀ ਹੈ ਸਾਰੇ ਇੱਥੇ ਦੇ ਹਾਲਾਤ। ਠੀਕ ਹੈ, ਇੱਥੇ ਵੀ ਕਬਜ਼ਾ ਗਰੁੱਪ ਹੈ, ਕਬਜ਼ਾ ਕੀਤਾ ਹੋਇਆ ਤੇ ਇਹ ਸੂਰਤ ਹਾਲ ਹੈ। ਤੇ ਨਜ਼ਰ ਸਾਹਿਬ ਸਲਾਮ ਅਲੈਕੁਮ। ਇਹ 2 ਕੌਮੈਂਟ ਸੀ। ਇੱਕ ਬੰਦਾ ਕਹਿ ਰਿਹਾ ਜੀ ਕਿ ਤੁਸੀਂ ਜਿਸ ਤਰ੍ਹਾਂ ਮਦਰ ਚੌਥ ਸੂਗਰ ਫੌਜ ਦੀ ਵਜਾ ਰਹੇ ਹੋ ਆਸਿਮ ਮਨੀਰ ਦੀ, ਉਹ ਤੇ ਬੜੇ ਇਤਰਾਮ ਨਾਲ ਕਹਿ ਰਿਹਾ ਸੀ ਜਨਰਲ ਆਸਿਮ ਮਨੀਰ। ਤੁਸੀਂ ਇਹ ਸੋਚਿਆ ਕਿ ਤੁਸੀਂ ਪਾਕਿਸਤਾਨ ਆਓਗੇ ਤੇ ਤੁਹਾਡੇ ਨਾਲ ਇਹ ਕੀ ਸਲੂਕ ਕਰਨਗੇ ਔਰ ਕੀ ਹੋਇਆ? ਬਿਲਕੁਲ ਮੈਂ ਸੋਚਿਆ। ਮੇਰੇ ਇੱਥੇ ਰਹਿੰਦੇ ਹੋਏ ਮੇਰੀ ਬੇਗਮ ਦੇ ਬਹਿਨੋਈ ਨੂੰ ਚੁੱਕ ਲਿਆ, ਮੇਰੀ ਬੇਗਮ ਦੇ ਭਾਂਜੇ ਨੂੰ ਚੁੱਕ ਲਿਆ, ਮੇਰੇ ਛੋਟੇ ਭਾਈ ਨੂੰ ਚੁੱਕ ਲਿਆ, ਮੇਰੇ ਬਹਿਨੋਈ ਨੂੰ ਚੁੱਕ ਲਿਆ, ਔਰ ਫਾਈਨਲੀ ਮੇਰਾ ਘਰ 15 ਕਰੋੜ ਦਾ ਸੀਲ ਕਰ ਦਿੱਤਾ। ਇੱਥੇ ਤੱਕ ਆ ਗਏ, ਪਰਚਾ ਕਟਾਤਾ, ਮੈਨੂੰ ਇਹਨੂੰ ਇਸ਼ਤਿਹਾਰੀ ਡਿਕਲੇਅਰ ਕਰਕੇ ਇੰਟਰਪੋਲ ਤੇ। ਮੈਂ ਤੇ ਸਿਟੀਜ਼ਨ ਹੈ US ਦਾ ਯਾਰ। ਠੀਕ ਹੈ। ਅੱਛਾ, ਦੂਸਰਾ ਜਿਹੜਾ ਬਿਆਨ ਹੈ ਉਹ ਬੰਦੇ ਦਾ, ਉਹ ਬੜਾ ਅੱਛਾ।
ਕਿ ਮੌਲਵੀਆਂ ਤੇ ਜਰਨੈਲਾਂ ਦਾ ਜਿਹੜਾ ਟੂਹਾ ਮਾਰ ਰਹੇ ਹੋ, ਵਜਾਉਂਦੇ ਰਹੋ, ਅਸੀਂ ਤੁਹਾਡੇ ਨਾਲ ਹੈ। ਕਿਆ ਜ਼ਬਰਦਸਤ। ਦੇਖੋ ਜੀ, ਇਹ ਦੋ ਤਬਕੇ ਨੇ। ਮੈਂ ਦੋ ਕਮੈਂਟ ਤੁਹਾਨੂੰ ਇਸ ਲਈ ਸੁਣਾਏ ਨੇ ਕਿ ਤੁਸੀਂ ਜੁਰਤ ਨਹੀਂ ਫੜ ਰਹੇ। ਤੁਸੀਂ ਦੇਖੋ, ਅਜੇ ਵੀ ਮੇਰਾ ਜਿਹੜਾ WhatsApp ਚੈਨਲ ਹੈ ਉਹਦੇ ਤੇ 95 ਬੰਦੇ 90 ਬੰਦਿਆਂ ਨੇ ਫੋਲੋ ਕੀਤਾ। 1 ਲੱਖ ਜਿਸ ਦਿਨ ਫੋਲੋ ਕਰਨਗੇ ਨਾ, ਜਿਹੜਾ ਕਿ ਕਦੀ ਵੀ ਨਹੀਂ ਹੋਣਾ, ਸਵਾਲ ਹੀ ਨਹੀਂ ਪੈਦਾ ਹੁੰਦਾ 1 ਲੱਖ ਬੰਦਾ ਮੈਨੂੰ WhatsApp ਤੇ ਫੋਲੋ ਕਰੇ। ਉਹ ਇਮਰਾਨ ਰਿਆਜ਼ ਦੇ ਟੂਏ ਚੜੇਗਾ, ਸਦੀਕ ਲੁੱਲੀ ਦੇ ਉੱਤੇ ਬੈਠ ਕੇ ਝੂਟੇ ਲਾਗਾ, ਸਵਿੰਗ ਦਿੰਦਾ ਹੁੰਦੀ ਹੈ, ਠੀਕ ਹੈ ਜੀ। ਬਾਦਲ ਰਾਜਾ ਉਹ ਬਾਜੇ ਸ਼ਾਜੇ ਸਾਰੇ ਜਿਹੜੇ ਜੁਰਤ ਵਾਲੇ ਨੇ, ਜਿਹੜੇ ਹਿੰਮਤ ਵਾਲੇ ਨੇ, ਜਿਹੜੇ ਕਹਿੰਦੇ ਆ ਨਿਕਲ ਜਾਓ ਮਾਦਾ ਪ੍ਰਸਤੀ ਤੋਂ, ਭੈਣ ਚੋਦੋ ਆਜ਼ਾਦੀ ਲਓ। ਅੱਜ ਹੀ ਮੈਂ ਦੇਖ ਰਿਹਾ ਸੀ ਖਾਲਿਦ ਜਮੀਲ ਨੂੰ, ਉਹ ਕਹਿ ਰਿਹਾ ਸੀ ਜੀ ਕਿ ਇਮਰਾਨ ਖਾਨ ਦੀ ਰਿਪੋਰਟ ਕੋਲੈਸਟਰੋਲ ਵੱਧ ਗਿਆ ਆ, ਬੜੇ ਬੁਰੇ ਹਾਲਾਤ ਨੇ। ਔਰ ਡਿਆਲਾ ਜੇਲ੍ਹ ਦੀ ਰਿਪੋਰਟ ਇਹ ਹੈ ਕਿ ਉੱਥੇ HIV ਏਡ, ਠੀਕ ਹੈ ਨਾ, ਏਡਸ ਦਾ HIV ਦੇ ਜਰਾਸੀਮ ਫੈਲ ਗਿਆ। ਕੋਈ 2000 ਮਰੀਜ਼ HIV ਤੋਂ ਸਫਰ ਕਰ ਰਿਹਾ ਹੈ, 4-5 ਹਜ਼ਾਰ ਮਰੀਜ਼ ਹੈ, ਜਾਂ ਪਤਾ ਨਹੀਂ ਕਿੰਨੇ ਉਹ ਦੱਸ ਰਿਹਾ ਸੀ। ਲਓ ਜੀ, ਇਮਰਾਨ ਖਾਨ ਦਾ HIV ਪੋਜ਼ਿਟਿਵ ਨਿਕਲੇਗਾ, ਠੀਕ ਹੈ ਜੀ। ਔਰ ਇਮਰਾਨ ਖਾਨ ਨੂੰ ਕਹਿਣ ਕਿ ਇਹ ਤੇ ਬੜੇ ਔਰਤਾਂ ਦੀ, ਲੋਕਾਂ ਦੀ ਲੈਂਦਾ ਸੀ, ਇਹ ਤਾਂ ਬੜਾ ਪੁਰਾਣਾ HIV ਇਹਨੂੰ ਹੋਇਆ। ਡੈਡਲਾਈਨ ਹੈ ਕਿਸੇ ਛੋੜ ਮਾਂ ਦੀ, ਡੈਡਲਾਈਨ ਹੈ। ਸਲਾਬ ਦੀਆਂ ਉਹੀ ਗੱਲਾਂ। ਉਹਦੇ ਕੋਲ 150 ਕਿਸ਼ਤੀਆਂ ਸਿੰਧ ਦੇ ਕੋਲ। ਪੁੱਛੋ ਕਿ ਇਹਨਾਂ ਕੋਲ ਬੁਲਟ ਪ੍ਰੂਫ ਕਾਰਾਂ ਕਿੰਨੀਆਂ ਆ ਸਿੰਧ ਕੋਲ। ਉਹ ਨਿਕਲ ਆਏਗਾ ਜੀ ਕਿ ਕੋਈ 4-5 ਹਜ਼ਾਰ। ਇਹਨਾਂ ਦੇ ਬੱਚੇ ਛੋਟੇ ਛੋਟੇ ਪੈਂਪਰ ਬੰਦੇ ਬੁਲਟ ਪ੍ਰੂਫ ਕਾਰਾਂ ਤੇ ਜਾਂਦੇ ਆ। ਬਖਤਾਵਰ ਦੇ ਉਹ ਜਿਹੜੇ ਬੱਚੇ ਪੈਂਪਰੀਏ ਨੇ, ਠੀਕ ਹੈ ਨਾ ਜੀ। ਤੁਹਾਡਾ ਟੂਆ ਮਾਰਿਆ ਇਹਨਾਂ ਨੇ ਟਕਾ ਕੇ। ਸਿਆਸਤਦਾਨ, ਮੌਲਵੀ, ਜਰਨੈਲ ਪਾੜ ਕੇ ਰੱਖ ਦਿੱਤੀ ਹੈ ਤੁਹਾਡੀ ਭੂਸੜੀ ਦੀ। ਮੈਂ ਯੈਸ ਆਈ ਸਟੈਂਡ ਅਲੋਨ, ਆਈ ਹੈਵ ਅ ਬ੍ਰੇਵਿਟੀ। ਮੈਂ ਮੁੱਲੇ ਨੂੰ ਵੀ ਲੜਿਆ। ਕਿਉਂ? ਕਿਉਂਕਿ ਮੈਂ ਕਿਹਾ ਖੁਦਾ ਤੁਹਾਡੇ ਅੰਦਰ ਹੈ। ਇਹ ਸਾਰੀ ਜਾਲਸਾਜ਼ੀ ਹੈ। ਹਾਂ, ਪੈਗੰਬਰ ਆਏ, ਉਹਨਾਂ ਨੇ ਇੱਕ ਪੈਗਾਮ ਦਿੱਤਾ, ਇੱਕ ਮੈਸੇਜ ਦਿੱਤਾ, ਮੈਸੇਂਜਰ ਸੀ। ਮੈਂ ਵੀ ਮੈਸੇਂਜਰ ਹੈ। ਔਰ ਕਈ ਮੈਸੇਂਜਰ ਤੋਂ डायरेक्ट हो गए। बयजीद बस्तामी, मौलाना रूमी, अनल हक, सरमद, ਉਹ ਤੋਂ ਵੀ ਉੱਤੇ ਨਿਕਲ ਗਿਆ ਕਿ ਅਸੀਂ ਬਰਾਹ ਰਾਸਤ ਰੱਬ ਨਾਲ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦਾ। ਤੇ ਥਰੂ ਵਰਤਾ ਬਿਨ ਨੌਫਲ ਜਿਹੜਾ ਮੁਸਲਮਾਨ ਵੀ ਨਹੀਂ ਹੋਇਆ ਤੇ ਉਹਨਾਂ ਨੇ ਕਿਹਾ ਜੀ ਉਹਨੇ ਟੈਸਟੀਫਾਈ ਕੀਤਾ ਔਰ ਇਹ ਉਹ ਸਾਰਾ ਕੁਝ ਹੈ। ਠੀਕ ਹੈ ਜੀ, ਤੁਹਾਡੇ ਕੁਸੇ ਜਿਉ ਮੌਤ ਲਿਖੀ ਹੈ ਤੁਹਾਡੇ ਲਈ, ਮੌਤ ਦੱਲੋ। ਕੁਝ ਹੋਰ ਮੈਸੇਜਸ ਵੀ ਸੀ ਉਹਨਾਂ ਦੇ ਨਾਲ। ਮੈਂ ਵੀਲੌਗ ਨੂੰ ਜ਼ਰਾ ਅੱਗੇ ਚਲਾਉਂਦੇ ਆ, ਤੜਕਾ ਲਾਉਂਦੇ ਆ। ਕੁਝ ਲੋਕਾਂ ਨੇ ਮੈਨੂੰ ਮੈਸੇਜ ਕੀਤਾ ਕਿ ਸਾਡੇ ਡੋਮੈਸਟਿਕ ਇਸ਼ੂਜ਼ ਨੇ। ਸਰ ਤੁਸੀਂ ਮੈਨੂੰ WhatsApp ਤੇ ਮੇਰੇ ਨੰਬਰ ਤੇ ਆ ਜਾਓ 7329863308। ਅੱਜ ਮੇਰੇ ਕੋਲ ਇੱਥੇ ਪਿੱਛੇ ਨਹੀਂ ਹੈ। ਅੱਛਾ ਜੀ, ਮੈਂ ਦੇਖ ਰਿਹਾ ਸੀ ਲੈਵਲਸ ਆਫ ਕਰਪਟਸ ਉਹਨਾਂ ਨੇ ਭੇਜੇ ਸੀ ਡਾਕਟਰ ਸਾਹਿਬ ਨੇ, ਰੂਮੀ ਸਾਹਿਬ ਨੇ। ਇਥੋਂ ਪੋਲੀਟੀਕਲ ਮੋਟਿਵਸ ਹੈ, ਠੀਕ ਹੈ ਜੀ। ਅੱਛਾ, डिक्टेशंस, डिस्ट्रक्शन, सब्सट्रैक्शन, डाइवर्शन एंड डिडक्शन, 4 वेस्टेड इंटरेस्ट ने करप्शन दे। डिक्टेशन देनी, कल्ट इन्फ्लुएंस लियाना, डिस्ट्रॉय करना, ਤੁਹਾਨੂੰ सब्ट्रैक्ट करना, माइनस इमरान खान, माइनस 25 करोड़, ठीक है। डिवर्शन और एडिक्ट कर देना टिकटॉक ते, नांगा करेसी ते, चूतो करेसी ते, ठीक है जी। अच्छा, ਉਹ ਤੋਂ ਬਾਅਦ ਫਿਰ ਇੱਕ ਰੂਮੀ ਸਾਹਿਬ ਦਾ ਉਹਨਾਂ ਨੇ ਮੌਲਾਨਾ ਰੂਮੀ ਨੂੰ, डोंट बी सेटिस्फाइड विद स्टोरी, कहानियां तो ना मुतमईन हो जाओ, हाउ थिंग्स हैव गॉन विद अदर्स, ठीक है ना। कहानियां ਜਿਹੜੀਆਂ ਕਿ ਲੋਕਾਂ ਨੇ ਕਿੰਦਾ ਜ਼ਿੰਦਗੀ ਗੁਜ਼ਾਰੀ, ਉਹਨਾਂ ਤੋਂ ਨਾ ਮੁਤਾਸਿਰ ਹੋਵੋ। ਅਨਫੋਲਡ ਯੋਰ ਓਨ ਮਿਥ, ਆਪਣੀ ਮਿਥ ਜਿਹੜਾ ਤੁਹਾਡੇ ਚ ਕੀ ਉਹਨੂੰ ਮੁਨਫਰਦ ਚੀਜ਼ ਹੈ, ਜਿਹੜੀ ਯੂਨੀਕਨੈਸ ਹੈ, ਉਹਨੂੰ ਉਜਾਗਰ ਕਰੋ। ਕਹਾਣੀਆਂ ਪੜ੍ਹ ਜ਼ਰੂਰ ਲਓ, ਸੁਣ ਜ਼ਰੂਰ ਲਓ, ਠੀਕ ਹੈ ਨਾ। ਜਿਸ ਤਰ੍ਹਾਂ ਮੈਂ ਲਾਈਫ ਸਟੋਰੀ ਲਿਖੀ ਹੈ, ਉਹ ਤੁਹਾਨੂੰ ਲੀਡ ਦੇ ਸਕਦੀ ਹੈ, ਬਟ ਡੋਂਟ फॉलो, डोंट बी सेटिस्फाइड विद दो स्टोरीज। कि नज़र साहब ने कहानी अपनी लिख दी है जी, चलो बहुत अच्छा। फिर जी लेट्स स्टडी शोज होल्डिंग हैंड्स विद समवन यू लव कैन इंस्टेंटली लोअर पेन एंड स्ट्रेस। पेन और स्ट्रेस अगर तुहानू है, चुम्मी चाटा बच्चे दा, कुत्ते दा, बिल्ली दा, महबूबा दा, आशिक दा, लो जफे शफे पाओ। इनू उन्होंने फर्दर किया, एक्सप्लेन किया रूमी साहब ने।
Let's celebrate Cuddling Day, उन्होंने किया, as it is directly linked to strong emotional bonding to enhance our positive neurohormone such as dopamine ਉਹ ਵਧਾਉਂਦਾ ਹੈ, ਮੈਂ ਤੁਹਾਨੂੰ ਦੱਸਿਆ, oxytocin, endorphins and serotonin, and to boost up our immune system to get on depression, anxiety, fear and phobia ਤੁਹਾਡੇ ਖਤਮ ਕਰਦੇ ਹੈ। ਪਿਆਰ ਮੁਹੱਬਤ ਚਾਹੋ, ਇੱਥੇ ਤੇ ਕਹਿੰਦੇ ਆ ਨਾ ਔਰਤ ਨੂੰ ਪਿਆਰ ਮੁਹੱਬਤ ਕੋ ਸੈਟਿਸਫੈਕਸ਼ਨ ਨੱਤ ਲੈ, ਮੇਰੀ ਟੱਟ ਕੀ ਹੈ ਵੇਖ ਲਾ ਕੇ ਚੈੱਕ ਤੇ ਕੱਟ ਗਾਲੀ ਤੇ ਲੈ ਦੇ ਚੀਤੀ ਹੈ ਜੇ ਮਦਰ ਚੋਦ ਆਜ਼ਾਦ ਕੌਮ ਹੈ ਜੀ। आज I was afraid of many things, but after listening you, I received the real picture of life and society. Me too have started one meal a day and feeling great. You inspired me to do what's necessary to keep the peace of mind. एक साहब ने लिखा कि मैं बड़ा डिसैटिस्फाई ਹੁੰਦਾ ਸੀ, ਤੁਹਾਨੂੰ ਸੁਣਨ ਤੋਂ ਬਾਅਦ ਮੈਂ ਬੜਾ ਖੁਸ਼ ਹੋ ਗਿਆ ਹਾਂ। ਹੁਣ ਮੈਂ ਵੀ ਇੱਕ ਟਾਈਮ ਹੀ ਖਾਣਾ ਖਾਂਦਾ ਹਾਂ ਔਰ ਮੇਰੀਆਂ ਬਹੁਤ ਸਾਰੀਆਂ ਸ਼ੁਕਰ ਹੈ ਅੱਲਾ ਦਾ, ਇਹ ਯੂਨੀਵਰਸਲ ਟਰੂਥ ਹੈ ਜਿਹੜਾ ਮੈਂ ਦੱਸਿਆ, ਠੀਕ ਹੈ ਨਾ ਜੀ। ਔਰ ਤੁਸੀਂ ਇਹਨੂੰ ਅਡਾਪਟ ਕੀਤਾ, ਅੱਲਾਹ ਤਾਲਾ ਤੁਹਾਨੂੰ ਬਹੁਤ ਖੁਸ਼ ਰੱਖੇ ਜੀ। ਅੱਛਾ, ਫਿਰ ਅਸੀਂ ਜੀ ਇੱਕ ਡਾਕਟਰ ਸਾਹਿਬ ਨੇ ਫੈਸਲਾਬਾਦ ਤੋਂ ਜੁਆਇਨ ਕੀਤਾ, ਆਰਥੋਪੀਡਿਕ ਦੇ ਪ੍ਰੋਫੈਸਰ ਨੇ, ਉਹਨਾਂ ਨੇ ਕਿਹਾ ਫਿਲਾਸਫੀ ਇਜ਼ ਫਰੋਮ ਗ੍ਰੀਕ ਵਰਡ, ਇਹ ਯੂਨਾਨੀ ਉਹਦਾ ਗ੍ਰੀਕ ਦਾ ਵਰਡ ਹੈ ਫਿਲੋ ਮੀਨਿੰਗ ਲਵ, ਫਿਲੋ ਮੀਨਿੰਗ ਲਵ ਐਂਡ ਸੋਫੀ ਮੀਨਿੰਗ, ਬੇਟਾ ਕੀ ਹੋ ਗਿਆ ਹੈ, philo meaning love and sophie meaning wisdom, ठीक है जी। So love and wisdom should be the basis of relationship. I admire your straightforwardness. Stay blessed, always will be in touch in future. देखो उन्होंने कितना अच्छा किया। ओके ओके, चलो अपना वो टेबलेट देखो बेटा, चलो। फिलो वर्ड है जिसका मतलब है लव, मोहब्बत, और Sophie meaning wisdom. So love and wisdom should be the basis. मैं philosophy ਦਾ ਬੜਾ ਸਟੂਡੈਂਟ ਰਿਹਾ, ਬਚਪਨ ਤੋਂ ਸ਼ੌਕ ਰਿਹਾ, ਈਸਟਰਨ ਫਿਲਾਸਫੀ, ਵੈਸਟਰਨ, ਗ੍ਰੀਕ ਫਿਲਾਸਫੀ, ਬਹੁਤ ਮਜ਼ਾ ਆਇਆ ਮੈਨੂੰ ਫਿਲਾਸਫੀ 'ਚ ਹੀ ਮੇਰੀ ਸਾਰੀ ਉਠਕ ਬੈਠਕ ਹੋਈ ਹੈ। अच्छा, फिर जी ये आम आदमी नाम नहाद फ़कीरों और मुल्लाओं के पीछे खार होता है, मगर घर में बैठे वालिदैन की कदर नहीं करता। ये आम आदमी ही है जिसने इस मुल्क के सो कॉल्ड सियासतदानों की आदतें बिगाड़ी हैं। ये सियासी लीडरान और उनकी बच्चों की तस्वीरें लगाकर खुश होता है और बेवजह उनकी खुशामद और गुलामी करता है। समेरा मलिक दा पोस्टर 10-10 रुपए बिकदा हुंदा है, साडे एक दोस्त दी रंडी हैरान है। इनके जुलसों में दरियाओं पचाता, नारे लगाता और इनकी गाड़ियों के साथ डॉगी बनकर दौड़ता है। इनकी बेजा हमायत में अपने दोस्तों से झगड़ता है और ताल्लुकात तोड़ देता है, मगर अपने लीडर से सवाल नहीं करता। ये आम आदमी अकल की बात कहने वाले से बदतमीजी करता है और इसे गद्दार करार देता है, जबकि झूठ और फरेब का मंजन बेचने वाले को अपना नजात दहिंदा करार देता है। जिस दिन ये आदमी सुधर गया उस दिन इक़्तिदार के वानों तक सब ठीक हो जाएगा, क्योंकि इस मुल्क का 95% आम आदमी नमाज नहीं पढ़ता, अपने रब से नहीं डरता, यानी अपने असल मालिक से ही मुखलिस नहीं है। इसलिए ये आम आदमी ख्वार है, क्योंकि अल्लाह का फैसला है, जैसी अवाम वैसे ही हुक्मरान। अच्छा जी, ये निज़ाम तकतीब परस्ती और महरूमी की नफ्सियात पैदा करता है। इसके ज़ेरे असर इंसान अपनी कुव्वत अमली और अमल और इज्तमाई शऊर को मफलूज कर लेता है। नतीजा गुलामाना ज़हनियत, ज़वाल को मुकद्दर मान लिया और जुल्म के आगे झुक जाता है। पावर वर्शिप सिस्टम, मज़ीद ताकत और जबर की अंधी तज़ीम का निज़ाम है। इसमें इंसान ये समझ लेता है कि ताकतवर हमेशा हक पर है, लिहाजा उसके सामने सर झुकाना ही बका की ज़मानत है। हक पर नहीं है, मैं ते इख्तलाफ करांगा। दरअसल वो डरदा है टट्टी निकलदी है, उन्हें पता हुंदा है। लात दरअसल वो लात मनात दे सिलसिले अपनी लात दरअसल इसी ज़हनी साख्त की अलामत है जिसमें इंसान की शख्सियत, रवायत या इदारे को अक्ल मतलक समझ लेता है। ये अंधी तकलीद, ब्लाइंड इमिटेशन का निज़ाम है जिसमें सवाल करने की आज़ादी ख़त्म हो जाती है। इसके ज़ेरे असर मुआशरा बुत परस्त तो होता है, लेकिन पत्थर के बुत का नहीं बल्कि ख्यालात के बुत का। नतीजा ज़हनी जमूद, सवाल से नफरत और तख्लीकी सलाहियत का खात्मा है। ठीक है जी। इंसानी तारीख में लात मनात और रज़ा की हकीकत से इंसानी तारीख में सबसे बड़ा अलमिया ये रहा है कि इंसान ने अपनी अकल को आज़ाद रखने की बजाय
मुख्तलिफ गलत फिक्री सांचों, फॉल्स थॉट पैटर्न्स में कैद कर दिया। ये सांचे कभी शख्सी इबादत की सूरत में, कभी तकदीर परस्ती के तस्वुर में और कभी ताकत और जबर की अंधी ताजीम में सामने आए। यही सांचे रफ्ता रफ्ता माशरों को निज़ाम के तौर पर जकड़ने वाले इस्लाम फिक्री या मेंटल आइडल्स बन गए। कुरान ने इन फिक्री इस्लाम को लात, मनात और अज़ा के नामों से पुकारा, जो सिर्फ पत्थर की मूर्तियों के नाम नहीं थे, बल्कि इंसानी जहन और मुआशरती शऊर में पहनने वाले निज़ामी बिगाड़ की अलामतें थी। ठीक है जी। अच्छा, फिर जी कुछ और भी सी। अच्छा जी, देन अच्छा, अदी तज़ीम का निज़ाम है। अच्छा जी, चलो हुण मैं अगे चलते हैं अगे जनाब साहब। अच्छा, ये ट्रैक्टर वाली या डंपर जलाता है तो मौत का फरिश्ता, वो आम आदमी दे बारे कि ये ट्रैक्टर ट्राली या डंपर चलाता है तो मौत का फरिश्ता बन जाता है। ये सरकारी दफ्तर में क्लर्क बनकर बैठता है तो सांप की तरह फंकारता है और बिच्छू की तरह डसता है। ये दफ्तर से नमाज के लिए जाता है तो या तो वापस नहीं आता या बहुत देर से आता है। आम साइल इंतज़ार करके नामुराद होकर वापस चले जाते हैं। ये आम आदमी अपना कूड़ा गली में फेंकता है। ये आम आदमी घर से बाहर हो तो उससे आम लोगों की बहू बेटियां महफूज नहीं। ये आम आदमी बिजली और गैस के महकमे में मुलाजम लगता है तो रिश्वत के बगैर आम घरों में कनेक्शन नहीं देता है। ठीक है जी। अच्छा, कोई माने ना या माने, इस मुल्क में सबसे बड़ा झूठा, सबसे बड़ा चोर और मुनाफिक यहाँ का आम आदमी है। ये जो आम आदमी है जिसकी जमा अवाम है, ये इंतहाई हाडाराम और बददियानत है। ये आम आदमी खुद तो ना सियासत में है, ना इस्टेब्लिशमेंट में, ये ना ब्यूरोक्रेट है, ना जर्नैल करनैल, मगर इसकी खसलत फिरौन से कम नहीं। ये अपने जैसे दूसरे आम आदमी का सबसे बड़ा दुश्मन है। ये आम आदमी दुकानदार है तो लिख देता है खरीदा हुआ माल वापस नहीं होगा। आम गाहक से सीधे मुंह बात नहीं करता। ऊंची असामी वाला गाहक है तो उसे लूटने की कोशिश करता है। ये आम आदमी फल बेचता है तो जानबूझकर गंदे फल थैले में डाल देता है, मगर कीमत अच्छे फल की लेता है। ये मोटरसाइकिल चलाता है तो रॉकेट लॉन्चर बन जाता है। ये चिंची रिक्शा चलाता है तो पैदल चलने वालों और ट्रैफिक पर अल्लाह का कहर बन जाता है। ठीक है जी। अच्छा, बहुत ज़बरदस्त जी इन्होंने कमेंट किए। फिर एक कमेंट सी, एक शेर सी ना चाहा मजमुआ लुत्फ़े बहारा बूदई, मैं रस्तबुए तू अजहर कुल के बोई माँ, क्यों न तुझको हासिल लुत्फ़े बहारा जानिए, जबकि हर एक फूल में खुशबू तेरी पाते हैं हम नवा मैं भी कोई गुल्लों के खामोश रहूं। तुसी मैनू गुल बना रहे हो कि हर फूल खुशबू तेरी पाइए, लेकिन मैं तो कहता है कि फिक्र फरदा ना करूं, हैं महवे गमे दोष रहूं, नाले बुलबुल के सुनूं और हमा तन गोश रहूं, हम नवा मैं भी कोई गुल हूं के खामोश रहूं। हैं जी, वाह जी वाह। ये बड़े अच्छे कमेंट आते हैं जो मुझे बड़ा पढ़ने का मज़ा भी आता है और आपके साथ शेयर करने का भी। पाकिस्तान में कुल 4 तबकात हैं। एक को पाकिस्तान से ज़्यादा ईरान अजीज़ है, दूसरे को पाकिस्तान से ज़्यादा सऊदी अरब अजीज़ है, तीसरे को पाकिस्तान से ज़्यादा अफ़गानिस्तान अजीज़ है, चौथे को पाकिस्तान से ज़्यादा अमेरिका अजीज़ है, और दिलचस्प बात यह है कि इन सब ममालिक को पाकिस्तान से ज़्यादा भारत अजीज़ है। रूलिंग एलीट के बारे बहुत ज़बरदस्त कमेंट दिता। वापडा ने कोई $10+ बिलियन दा रज़ाक दाऊद डेस्कॉम इंजीनियरिंग लिमिटेड नो सिविल एंड इलेक्ट्रो मैकेनिकल कंस्ट्रक्शन वर्क्स एट मोहम्मद डैम द प्रोजेक्ट दिता है। व्हाट इज गोइंग ऑन दिस इन प्रोजेक्ट, पूछो तो सही, गुड क्वेश्चन। John Saab, as usual, guiding us to the light of Quran to his vlog. Thumb is pushing, encouraging and full of hopes. की होप सी जी? हैं जी, असी तो होप वही दिता सी कि मैं चुबाका बन के तुहानू आज़ादी देंगा। ओ थंब सी मेरा, full of hopes. Please keep us pushing and encouraging like Iqbal did through his kalam. चलो जी, तुसी तो इकबाल ने नहीं बख्शिया, मेरे करके लख बंदा मैनू ज्वाइन कर जाओ बेवकूफ़ आदमियों। 7329863308
1 ਲੱਖ ਬੰਦਾ ਜਿਹੜਾ ਖੁਦਕੁਸ਼ੀ ਕਰਨਾ ਚਾਹੁੰਦਾ ਮੇਰੇ ਨਾਲ ਜੁੜ ਜਾਏ, ਅਸੀਂ ਇਨਕਲਾਬ ਲੈ ਆਵਾਂਗੇ। ਅਸੀਂ ਬਗੈਰ ਮੇਰੀ ਤਕਲੀਦ ਤੋਂ, ਕਲਟ ਤੋਂ, ਇਨਫਲੂਐਂਸ ਤੋਂ, ਲੀਡਰੀ ਤੋਂ, ਇਨਕਲਾਬੀ ਲੀਡਰ ਹੋਣੇ ਤੋਂ। ਠੀਕ ਹੈ ਜੀ। And patiently stick with those who call upon their Lord morning and evening, seeking His pleasure. Do not let your eyes look beyond them and desiring the luxuries of this worldly life. Narsab, Allah keep you healthy and strong. Chachu, not champion, but word champion. Spiritualism beautifully explained. फिर सी जी के बॉस हंगर कुफर के नज़दीक ले जाती है, और कोई भी इनकलाब आई थिंक भूखे पेट से नहीं आता, और भूखे पेट लोगों को आप जैसे बिग विजनरी और खुशहाल लोग ऑर्गेनाइज कर सकते हैं। भुखे पेटा नूं मैं ऑर्गेनाइज इस तरह कर सकता कि जिन्ने बंदे वो खुदकशी करना चाहते हैं ना, वो 25,000 किराया नहीं मिलेगा तो उन्होंने परसों नूं मंगल नूं कट देगा वो मालक मकान मेरे यार रिजवान सेब नूं, ਤੇ ਉਹ ਉਹਨਾਂ ਨੂੰ ਮੈਂ ਕਹਿੰਦਾ ਕਿ ਯਾਰ ਛੱਡੋ ਘਰ ਕੁਰ, GHQ ਨਾਲ ਟੱਕਰ ਮਾਰੋ। ਆਰਗੇਨਾਈਜ਼ ਕਰ ਰਹੇ ਆ 1 ਲੱਖ ਭੁੱਖੇ ਨੰਗੇ ਸੁਇਸਾਈਡ ਕਰਨ ਵਾਲਿਆਂ ਨੂੰ ਆਰਗੇਨਾਈਜ਼ ਕਰ ਰਿਹਾ। ਖੜੇ ਹੋ ਜਾਓ ਆਪਣੇ ਰਾਈਟ ਲਈ, ਟੱਟਿਓ। ਠੀਕ ਹੈ ਜੀ। ਨਜ਼ਰ ਗਾਲਾ ਨਹੀਂ ਦਿੰਦਾ। ਉਹ ਕਹਿੰਦਾ असल मसला भूख की और मेजॉरिटी भूख से लड़ रहे हैं, रेंट के चक्रों में फंसे हुए हैं। भूख से ज़्यादा रेंट की टेंशन अवाम को ले बैठी है। सो ओवरऑल ऑर्गेनाइजेशन का बगैर पाकिस्तान तो इनकलाब की तरफ नहीं जा सकता। एंड पेशेंटली स्टिक विद अच्छा गुड कमेंट जी, आई एग्री। रूमी साहब दा फिर मौलाना रूमी दा डोंट बी सैटिस्फाइड विद स्टोरीज, ये मैं तुहानू अगे दस दिता। आई एम द ग्लोरी, ये बयजीद बस्तामी ने 9 सौच उन्हें सब डिपार्ट के रख दी, 800 सॉरी एडी च। आई एम द ग्लोरी 810 या 20 एडी च उन्होंने किया सी। द ग्लोरी एंड डिवाइन लाइट, रोशनी। वी आर ऑल स्पिरिचुअल बीइंग्स, असी सारे रूहानी बीइंग्स हैं, सवाए अमजद साकिब वर्गे चूड़े मकरूर रूलिंग एलीट डल्ले गांडे। ठीक है, वी ऑल आर रूहानी बीइंग्स, स्पिरिचुअल बीइंग्स एंड रिफ्लेक्शन ऑफ ईच अदर। एक दूसरे ਨੂੰ रिफ्लेक्ट करते हैं जस्ट टू टेक केयर ऑफ ईच अदर, टू क्रिएट हैवन। दुनिया ਨੂੰ ਤਾਂ ਕਿ जन्नत बना सकिए। डोंट फाइट एंड हेट, किसी नाल ना लड़ो ना हेट करो। नॉट टू क्रिएट हेल, ਉਹਦੇ ਨਾਲ ਹੈਲ ਕ੍ਰੀਏਟ ਕੀਤੀ ਐਂਡ ਟੂ ਕੀਪ ਅਵੇ ਫਰਮ ਈਵਲ ਐਂਡ ਨੈਗੇਟਿਵ ਫੋਰਸਿਸ ਇਨਸਾਈਡ ਯੂ। ਵਾਜੀਵਾ ਡਾਕਟਰ ਨਜੀਬ ਰੂਮੀ ਦਾ ਇਹ ਕਮੈਂਟ ਸੀ, ਬਹੁਤ ਜ਼ਬਰਦਸਤ ਕਮੈਂਟ ਸੀ। ਯੈਸ, ਅਸੀਂ ਲੜਾ ਕੇ ਸਾਨੂੰ ਨੈਗੇਟਿਵਿਟੀ ਲਾ ਕੇ ਜਹੰਨਮ ਇਹਨਾਂ ਨੇ ਇਸ ਦੁਨੀਆ ਨੂੰ ਬਣਾਇਆ ਹੋਇਆ। ਮੈਂ ਜੰਨਤ ਦੀ ਤਰਫ ਤੁਹਾਨੂੰ ਲਿਆ ਰਿਹਾ ਕਿ ਕਿਸ ਤਰ੍ਹਾਂ ਤੁਸੀਂ ਇਸ ਦੁਨੀਆ ਨੂੰ ਜੰਨਤ ਬਣਾ ਸਕਦੇ ਹੋ ਬਗੈਰ ਮੈਨੂੰ ਪੈਗੰਬਰ ਮੰਨੇ, ਪੀਰ ਮੰਨੇ, ਕੁਛ ਵੀ ਨਹੀਂ, ਕੋਈ ਰੂਹਾਨੀ ਲੀ ਕੁਛ ਨਹੀਂ ਮੰਨਣਾ ਮੈਨੂੰ। ਆਮ ਇਨਸਾਨ ਤੁਸੀਂ ਵੀ ਮੇਰੀ ਤਰ੍ਹਾਂ ਨੂਰ ਫੈਲਾਓ, ਨੂਰ, ਐਂਡ ਵੀ ਬਿਕਮ ਰਿਫਲੈਕਸ਼ਨ ਆਫ ਈਚ ਅਦਰ। ਠੀਕ ਹੈ ਜੀ। ਅੱਛਾ, ਫਿਰ ਇੱਕ ਖਬਰ ਸੀ ਕਿ ਜਿਹੜੇ ਗਲਫ ਦੇ ਕੰਟਰੀਜ਼ ਨੇ, ਗਲਫ ਕੋਆਪਰੇਸ਼ਨ ਕੌਂਸਲ ਹੈ, ਸਾਊਦੀ ਅਰਬ, ਕਤਰ ਤੇ UAE, ਬਹਿਰੀਨ, ਕੁਵੈਤ ਤੇ ਨਮਾਨ, ਇਹਨਾਂ ਦੇ GDP ਬਹੁਤ ਵੱਧ ਰਹੇ ਨੇ ਕਿ ਇਹ ਹੁਣ ਆਇਲ ਤੋਂ ਨਿਕਲਣ ਡਏ ਨੇ। ਠੀਕ ਹੈ ਜੀ। ਔਰ ਇਹ ਫਾਈਨੈਂਸ਼ੀਅਲ ਸਰਵਿਸਿਜ਼, ਝੂਲੇ ਮੂਲੇ, ਡਿਜ਼ਨੀ ਸ਼ਿਜ਼ਨੀ ਲਿਆ ਰਹੇ ਨੇ। The UAE, Bahrain, Kuwait and Oman has advanced bold strategies to reshape its economy by reducing reliance on oil while developing new sectors like renewable energy, tourism, financial services, digital innovation, charting a course toward long-term economic resilience. These nations have launched sweeping infrastructure projects and enacted reforms designed to attract foreign investment, and it has worked swimmingly so far. ठीक है ना जी। रियाद, दोहा, अबू धाबी 2 ट्रिलियन दी US ਕਰਨ ਦੇ ਨੇ trillions ਦੀ। ठीक है, such as AI reported figure nearing 3.2 trillion. These announcements included roughly $600 billion from Saudi, 1.2 trillion from UAE and 1.4 trillion from Qatar. The most remain at the memorandum of understanding ਨੇ। किस तरह वो 6 मुल्क अमरीका दे नाल मिल के किस तरह राइज कर रहे ने। और दल्ले मनीरे मिस्त्री सुअर चकले चलाने वाले इरम दे 1 फुट दे प्लाट दे मालिक हरामजादे सोच इस अवाम दे बारे। अलीम खान कहंदा इत्थे टावर बनने सी, इत्थे कनाल बननी सी, लेक बननी सी,
ਫਿਰ ਸਾਡੀ ਹਾਊਸਿੰਗ ਸੁਸਾਇਟੀ ਪ੍ਰੋਜੈਕਟ ਲਾੜਿਆ, ਫਿਰ ਉਹ ਬਣਨ ਦਿੰਦੇ ਨਾ ਪਹਿਲੇ, ਉਹ ਤਾਂ ਪਹਿਲਾਂ ਹੀ ਕਿਉਂ ਤੂੰ ਹਾਊਸਿੰਗ ਸੁਸਾਇਟੀ ਬਣਾ ਲਈ? ਭੈਣ ਚੋਦ ਮਾਦਰ ਚੋਦ ਸੂਅਰ ਆਦਮੀ। ਇਹ ਤੋਂ ਮੈਨੂੰ ਯਾਦ ਆਇਆ, ਉਹ ਦੁਬਈ ਤੋਂ ਸਾਡੀ ਆਸਿਫਾ ਜਿਹੜੀ ਹੈ, ਉਹ ਵਿਚਾਰੀ ਕੋਈ ਲੋਕਾਂ ਦੀ ਮੈਂ ਕਹਿੰਦਾ ਮਦਦ ਕਰ ਦਿੰਦੀ ਹੈ। ਉਹਨੇ ਇੱਕ ਘਰ ਵੇਚਣ ਤੇ ਲਾਇਆ ਹੈ, ਉਹ ਰੀਅਲ ਏਸਟੇਟ ਦੀ ਹੈ। ਮੈਂ ਫੇਸਬੁੱਕ ਤੇ ਲਾਵਾਂਗਾ, ਤੇ ਤੁਸੀਂ ਅਗਰ ਕੋਈ ਇੰਟਰਸਟਿਡ ਹੋਇਆ, ਅੱਛੀ ਉਹ ਸੇਫ ਇਨਵੈਸਟਮੈਂਟਸ ਨੇ, ਆਸਿਫਾ ਸੇਫ ਇਨਵੈਸਟਮੈਂਟਸ ਕਰਵਾਉਂਦੀ ਹੈ। ਠੀਕ ਹੈ ਜੀ, ਉਹ ਮੈਂ ਉਹਦਾ ਗਰੰਟਰ ਹੈ। ਤੁਹਾਡੀ ਮੋਟੀਵੇਸ਼ਨ ਸੁਣ ਕੇ ਮੈਂ ਰੋਜ਼ਾਨਾ 10 ਕਿਲੋਮੀਟਰ ਵਾਕ ਸ਼ੁਰੂ ਕੀਤੀ ਹੈ ਔਰ 1 ਟਾਈਮ ਮੀਲ ਤੇ ਆ ਰਿਹਾ। ਇੱਕ ਹੋਰ ਬੰਦਾ, ਬਹੁਤ ਮਸਬਤ ਤਬਦੀਲੀਆਂ ਮਹਿਸੂਸ ਹੋ ਰਹੀਆਂ ਜਿਸਮ ਤੇ, ਪਰੇਸ਼ਾਨੀ ਸਟ੍ਰੈਸ ਸਭ ਖਤਮ ਹੋਈ ਹੈ, ਰੂਹਾਨੀ ਸਕੂਨ ਹੈ, ਤੁਹਾਡੀ ਰੋਸ਼ਨੀ ਹਰ ਜਗ੍ਹਾ ਪਹੁੰਚ ਰਹੀ ਹੈ ਚਾਚਾ ਜੀ। ਮੈਂ ਦੋਸਤਾਂ ਯਾਰਾਂ ਦੇ ਨਾਲ ਵੀ ਸ਼ੇਅਰ ਕਰਦਾ ਤੁਹਾਡਾ ਵੀਲੌਗ। ਖੁਸ਼ ਰਹੋ ਤੇ ਹੱਸਦੇ ਵਸਦੇ ਰਹੋ। ਵਾਹ ਜੀ ਵਾਹ, ਕੀ ਬਾਤ ਹੈ, ਅਸੀਂ ਤੇ ਖੁਸ਼ ਹੀ ਹਾਂ। ਆਖਰ 'ਚ ਮੈਂ ਰੂਹਾਨੀਅਤ ਦੇ ਇੱਕ ਹੋਰ ਦਰਸ ਦੇ ਨਾਲ, ਪਹਿਲਾਂ ਤਾਂ ਮੈਂ ਸਟਾਰਟ ਕਰਦਾ ਹੁੰਦਾ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਕੌਨਸ਼ੀਅਸਨੈਸ ਐਕਸਪੈਂਡ ਕਰਨ ਦੇ 3 ਤਰੀਕੇ ਦੱਸੇ ਇੱਕ 'ਚ, ਫਿਰ ਉਹ ਤੋਂ ਬਾਅਦ ਤੋਂ ਮੈਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਉਹਨੂੰ ਅਸੀਂ ਟਰਾਂਸਫਾਰਮ ਇੰਟੂ ਮੁਜ਼ਾਹਿਰਾ, ਇੰਟੂ ਮਨਾਜ਼ਰਾ, ਮੁਸ਼ਾਹਿਦਾ ਕੀਤਾ ਜਾ ਸਕਦਾ। ਅੱਜ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਆਇਆ ਕਿ ਇਹ ਨਜ਼ੂਲ ਔਰ ਇਹ ਚੀਜ਼ਾਂ ਕਿਸ ਤਰ੍ਹਾਂ ਇੰਪੈਕਟ ਕਰਦੀਆਂ ਔਰ ਹੋਈਆਂ। ਫਸਟ ਸ਼ਰੀਅਤ, ਰਿਲੀਜਨਸ ਆਈਆਂ, ਕੋਈ ਬਾਬਾ ਬੈਠ ਗਿਆ, ਕੋਈ ਪ੍ਰੋਫੈਸਰ, ਫਿਲਾਸਫਰ, ਸ਼ਰੀਅਤ, ਫਿਰ ਤਰੀਕਤ, ਉਹਦੇ ਤਰੀਕਾ ਆਇਆ ਕਿ ਇਸ ਤਰ੍ਹਾਂ ਪ੍ਰੈਕਟਿਸਿਸ ਕਰਨੀਆਂ। ਸੁੰਨੀ, ਵਾਬੀ, ਇਹ ਸ਼ੀਆ, ਕਾਫਰ, ਈਸਾਈ, ਯਹੂਦੀ, ਸਾਰੇ ਪ੍ਰੈਕਟਿਸਿਸ ਆ ਗਈਆਂ। ਠੀਕ ਹੈ ਜੀ, ਸਭ ਤੋਂ ਪਹਿਲਾਂ ਸ਼ਰੀਅਤ, ਫਿਰ ਉਹ ਤੋਂ ਬਾਅਦ ਤੋਂ ਜੀ ਤਰੀਕਤ ਆ ਗਈ, ਉਹ ਤੋਂ ਬਾਅਦ ਤੋਂ ਮਾਰਫਤ। ਤੁਸੀਂ ਉਹ ਚੀਜ਼ਾਂ, ਇਹ ਜਿਹੜੀਆਂ ਰਿਲੀਜਨਸ ਨੇ, ਮਜ਼ਾਹਿਬ ਨੇ, they are a path, they are a way to nirvana, to a place which is bliss। ਠੀਕ ਹੈ ਜੀ, ਇਹ ਸਪਿਰਚੁਅਲ ਉਹਦੀ ਐਕਸਲੈਂਸ ਦਾ ਹੈ। ਯੂ ਆਰ ਸਪਿਰਚੁਅਲ ਬੀਇੰਗਸ। ਤੁਸੀਂ ਇਹ ਮਾਦਾ ਫੋਸੜਾ ਜਿਹਾ ਢਿੱਡੜ ਜਿਹਾ ਮਫਲਰ ਪਾਈ ਗਾਣਾ ਜਿਹੜਾ ਆ, ਗਾਂਡ ਮਰਵਾ ਕੇ ਥੋਪਾ ਜਿਹਾ, ਠੀਕ ਹੈ, ਉਸ ਬਾਡੀ ਲਈ ਨਹੀਂ ਕੀਤਾ, ਤੁਸੀਂ ਇਹਦੇ ਅੰਦਰ ਰੂਹ ਲਈ ਕੀਤਾ, ਜਿਹੜੀ रोशन होए उठते जाए, सितारों से आगे जहां और भी हैं, अभी इश्क के इम्तिहान और भी हैं। So you started with शरीयत, then is तरीकत, then is मार्फत ते तुसी पहुंच गए, ਤੁਹਾਨੂੰ ਨਬੀ ਮਾਰਫਤ ਤੇ ਸੀ। ਔਰ ਚੌਥਾ ਸਟੇਜ ਜਿਹਦੇ ਤੇ ਮੈਂ ਹਕੀਕਾ ਆ, ਤੁਸੀਂ ਫੇਰ ਕਹੋਗੇ ਯਾਰ ਇਹ ਨਬੀ ਤੋਂ ਵੀ ਅੱਗੇ ਦੀਆਂ ਗੱਲਾਂ ਕਰਦਾ। ਉਹ ਬਾਬਾ ਕਰ ਲਾ ਇਹਦੇ ਤੇ, ਇਸ ਹਕੀਕਾ ਤੇ ਬਯਜ਼ੀਦ ਬਸਤਾਮੀ ਸੀ, ਚਲੋ ਮੈਂ ਨਹੀਂ ਸੀ, ਮੌਲਾਨਾ ਰੂਮੀ ਸੀ, ਦੇ वर नॉट ਨਬੀ, ਲੇਕਿਨ ਉਹ ਹਕੀਕਤ ਤੇ ਪਹੁੰਚ ਗਏ ਸੀ, ਵਿਚ ਇਜ਼ ਨਿਰਵਾਨਾ। ਬੁੱਧਾ ਵੀ ਨਿਰਵਾਨਾ ਤੇ ਸੀ। ਆਪਣਾ ਬਹੁਤ ਖਿਆਲ ਰੱਖੋ। ਕੱਲ ਤੱਕ ਲਈ ਇਜਾਜ਼ਤ। ਅੱਲਾ ਨੇ।